खालसा वाहिगुरु जी की फतेह। सतनाम श्री वाहिगुरु साहिब जी। श्री राग महला पंजवा। संच हर तन पूज सतगुर छोड़ सगल विकार। जिन तू साज सवारिया हर सिमर होए उधार। संच हर तन पूज सतगुर छोड़ सगल विकार। जिन तू साज सवारिया हर सिमर होए उधार। जप मन नाम एक अपार। प्राण मन तन जिन है दिया हृदय का आधार। रहा प्राण मन तन जिन है दिया हृदय का आधार। रहा वाहिगुरु जी का खालसा वाहिगुरु जी की फतेह। ये पवित्र वचन पंजवें पातशाह शहीदां दे सिरताज हलत पलट के रखियक दो जहान के वाली छत्र चबर तखत दे मालक आप परमेश्वर सतगुरु श्री गुरु अर्जन देव महाराज जी दे उचारण कीते हुए हैं। जो श्री ग्रंथ साहिब महाराज जी दे अंग 51 उपर दूसरा शब्द सुभायमान है। सतगुरु जी ने अगली लड़ी आरंभ करदिया होया बख्शिश कीता सी कल कि असल विच दुनिया नूं बनाउण वाला पालण वाला संभालण वाला लय करन वाला एक परमेश्वर ही है। भावें कि संसार के लोगों ने अपनी छोटी मत करके अज्ञानता करके अनेकां रब मन लए हैं। सतगुरु पंजवें पातशाह जी कह रहे सी करण कारण प्रभ एक है। करण कारण एक ओही जिन किया आकार। बस एक ओहो ही परमेश्वर परमात्मा है दुनिया नूं बनाउण वाला दुनिया का कारण। जिन्हें साडे ये सुंदर शरीर बनाए सानू इन्हां शरीरां विच भेजना कीता। फिर नाल ही उधार आधार आड़े नाल आधार हुंदा है खुराक। जिन्हें सानू बेअंत तरह के भोजन देने कीते। सुखमनी साहब विच बख्शिश करते हैं सो क्यों विसरै जिन सब किश दिया। सो क्यों विसरै जे जीवन जिया। सो क्यों विसरै जी अग्न में रख है गुर प्रसाद को बिरला लख है। जिन्हें सानू सारिਆਂ नू आधार आसरा दिता। शरीर नू खुराक दा आत्मा नू नाम दा। तो ये सारी गल समझा करके सतगुरु अज दे शब्द विच फिर सानू गाइड करते हैं उपदेश करते हैं कि जिहड़ा एक परमेश्वर दुनिया के बेअंत बनाते ब्रह्मा विष्णु महेश होर पता नहीं किन्ने बना दिते पर एक परमेश्वर है जिहड़ा दुनिया नूं अपने हुक्म नाल चला रहा है। हुक्म ही हुक्म चलाए राहो नानक बिगसै बेपरवाहो। और बना के वेखदा है ते खुश हुंदा है अपनी बेपरवाही विच रहिंदा है। ऐसे मालक नूं प्राप्त करन वास्ते अज दे शब्द में सतगुरु पातशाह कहंदे हन श्री राग महला पंजवा
ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਬਾਕੀ ਸਭ ਕੁਝ ਛੱਡ ਕੇ ਵਿਸ਼ੇ ਵਿਕਾਰਾਂ ਤੋਂ ਉੱਚਾ ਉੱਠ ਕੇ ਬਾਕੀ ਤਰ੍ਹਾਂ ਤਰ੍ਹਾਂ ਦੀ ਅਲੱਗ-ਅਲੱਗ ਪੂਜਾ ਅਰਚਨਾ ਛੱਡ ਕੇ ਇੱਕ ਅਕਾਲ ਪੁਰਖ ਨਾਲ ਜੁੜਨ ਵਾਸਤੇ ਸਾਨੂੰ ਉਹਦੇ ਨਾਮ ਨੂੰ ਇਕੱਤਰ ਕਰਨਾ ਚਾਹੀਦਾ ਹੈ ਔਰ ਸਤਿਗੁਰ ਦੀ ਪੂਜਾ ਕਰਨੀ ਚਾਹੀਦੀ ਹੈ। ਭਾਵ ਸਤਿਗੁਰ ਦੇ ਚਰਨੀ ਪੈਣਾ ਚਾਹੀਦਾ, ਸਤਿਗੁਰ ਦੇ ਚਰਨੀ ਲੱਗਣਾ ਚਾਹੀਦਾ। ਸਤਿਗੁਰ ਦੇ ਰਾਹੀਂ ਪਰਮੇਸ਼ਰ ਦਾ ਨਾਮ ਜਿਹੜਾ ਤੈਨੂੰ ਮਿਲੇਗਾ, ਫਿਰ ਉਹਨੂੰ ਸੰਚਨਾ ਭਾਵ ਇਕੱਠਾ ਕਰਨਾ ਹੈ। ਤਾਂ ਤੇ ਸਿੱਖਾ ਉਹ ਪਰਮੇਸ਼ਰ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹੇ, ਜਿਸ ਨੂੰ ਦੇਖਦਿਆਂ ਹੀ ਮਨੁੱਖ ਦੇ ਪਾਪਾਂ ਦਾ ਖਾਤਮਾ ਹੋ ਜਾਂਦਾ, ਮਨ ਸਿੱਧੇ ਰਸਤੇ ਪੈ ਜਾਂਦਾ। ਉਸ ਗੁਰੂ ਦੇ ਚਰਨੀ ਲੱਗ ਕੇਵਲ ਤੇ ਕੇਵਲ ਤੈਨੂੰ ਸਤਿਗੁਰੂ ਹੀ ਮਾਰਗ ਦਰਸ਼ਨ ਕਰਕੇ ਉਸ ਪਰਮੇਸ਼ਰ ਨਾਲ ਮਿਲਾ ਸਕਦਾ ਹੈ। ਇਹ ਅਥਾਰਟੀ ਅਕਾਲ ਪੁਰਖ ਨੇ ਗੁਰੂ ਨੂੰ ਦਿੱਤੀ ਆ, ਗੁਰ ਪ੍ਰਸਾਦ। ਔਰ ਅਕਾਲ ਪੁਰਖ ਆਪ ਹੀ ਗੁਰੂ ਨਾਨਕ ਬਣ ਕੇ ਦੱਸਣ ਆਇਆ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ। ਇਹ ਭਾਰਤ ਵਰਸ਼ ਦੇ ਵਿੱਚ ਪਤਾ ਨਹੀਂ ਕਿੰਨੇ ਦੇਵੀ ਦੇਵਤਿਆਂ ਦੀ ਪੂਜਾ ਹੋ ਰਹੀ ਹੈ। ਗਿਣਤੀ ਕਰਨ ਵਾਲਿਆਂ ਨੇ 33 ਕਰੋੜ ਦੱਸੇ ਆ, ਪਰ ਇਹ ਸਾਰੇ ਉਹਦੇ ਕਰਿੰਦੇ ਹੋ ਸਕਦੇ ਆ, ਉਹਦੇ ਸਾਜੇ ਹੋ ਸਕਦੇ ਆ, ਉਹਦੀਆਂ ਕਿਰਤਾਂ ਹੋ ਸਕਦੀਆਂ, ਉਹਦੇ ਬਣਾਏ ਹੋ ਸਕਦੇ ਆ, ਪਰ ਉਹ ਨਹੀਂ ਹੋ ਸਕਦੇ। ਕਰਿੰਦਾ ਕਦੇ ਮਾਲਕ ਨਹੀਂ ਹੋ ਸਕਦਾ, ਮਰਜ਼ੀ ਮਾਲਕ ਦੀ ਚੱਲਦੀ ਹੈ। ਜਿਵੇਂ ਪ੍ਰੀਤਮ ਬਾਣੀ 'ਚ ਕਹਿੰਦੇ ਆ, ਹੁਕਮ ਹੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਬੇਪਰਵਾਹੋ। ਉਹ ਹੁਕਮੀ ਪਰਮੇਸ਼ਰ ਆਪਣੇ ਹੁਕਮ ਦੇ ਨਾਲ ਦੁਨੀਆ ਨੂੰ ਚਲਾਉਂਦਾ ਹੈ ਅਤੇ ਆਪਣੇ ਹੁਕਮ ਦੇ ਨਾਲ ਹੀ ਦੁਨੀਆ ਨੂੰ ਲੈ ਕਰਦਾ। ਉਹਦਾ ਹੁਕਮ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ। ਜਿਵੇਂ ਜਿਵੇਂ ਕਿਸੇ ਨੂੰ ਪ੍ਰੇਰਨਾ ਕਰਦਾ ਹੈ, ਉਵੇਂ ਉਵੇਂ ਦੁਨੀਆ ਚੱਲ ਰਹੀ ਹੈ। ਹੁਕਮ ਹੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਬੇਪਰਵਾਹ। ਉਹ ਜਿਹੜਾ ਹੁਕਮੀ ਪਰਮੇਸ਼ਰ ਪਰਮਾਤਮਾ ਹੈ, ਉਹ ਆਪਣੇ ਹੁਕਮ ਦੇ ਨਾਲ ਹੀ ਦੁਨੀਆ ਨੂੰ ਚਲਾ ਰਿਹਾ ਹੈ ਤੇ ਨਾਲੇ ਚਲਾ ਕੇ ਵੇਖਦਾ, ਖੁਸ਼ ਹੁੰਦਾ। ਤਾਂ ਤੇ ਸਿੱਖਾ ਆ ਉਸ ਮਾਲਕ ਨੂੰ ਪ੍ਰਾਪਤ ਕਰੀਏ ਜਿਨ ਤੋਂ ਸਾਜ ਸਵਾਰਿਆ ਹਰ। ਸਿਮਰ ਹੋਏ ਉਧਾਰ, ਉਹ ਹੈ ਹਰੀ, ਉਹ ਹੈ ਹਰੀ, ਉਹ ਹੈ ਪਰਮੇਸ਼ਰ। ਆ ਉਸ ਦਾ ਨਾਮ ਜਪੀਏ, ਸੰਚ ਹਰ ਧਨ, ਹਰੀ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰੀਏ। ਪੂਜ ਸਤਿਗੁਰ, ਜਿਹੜਾ ਤੈਨੂੰ ਗੁਰੂ ਕੋਲੋਂ ਮਿਲੇਗਾ। ਤੇ ਗੁਰੂ ਕੀ ਕਹਿੰਦਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ। ਗੁਰੂ ਕਹਿੰਦਾ ਸਿੱਖਾ ਪੂਜਣਾ ਹੈ ਆਪਾਂ ਅਕਾਲ ਪੁਰਖ ਨੂੰ, ਤੇ ਪਰਚਾ ਮਤਲਬ ਮਨ ਲਾਉਣਾ, ਪਰਚਾਉਣਾ। ਮਨ ਕਿੱਥੇ ਲਾਉਣਾ? ਸ਼ਬਦ ਵਿੱਚ। ਦੀਦਾਰ ਖਾਲਸੇ ਕਾ, ਤੇ ਸੰਗਤ ਦੇ ਵਿੱਚ ਵੀ ਪਰਮੇਸ਼ਰ ਦਾ ਵਾਸਾ ਹੈ। ਜੇ ਅਸਥੂਲ ਰੂਪ 'ਚ ਦੇਖਣਾ ਹੈ ਤੇ ਫਿਰ ਸਾਧ ਸੰਗਤ ਜਿਹੜੀ ਹੈ ਇਹ ਪਰਮੇਸ਼ਰ ਦਾ ਘਰ ਹੈ। ਕਹੋ ਕਬੀਰ ਅਬ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਇਹ ਸੰਗਤ ਜਿਹੜੀ ਹੈ ਇਹ ਪਰਮੇਸ਼ਰ ਦਾ ਘਰ ਹੈ। ਵਿੱਚ ਸੰਗਤ ਹਰਿ ਕਾ ਵਸੈ ਜੀਓ, ਸਤਸੰਗ ਦੇ ਵਿੱਚ ਹੀ ਉਸ ਦਾ ਵਾਸਾ ਹੈ। ਆਓ ਸਾਧ ਸੰਗਤ ਮਨ ਵਸੈ, ਕੱਲ ਸਰਵਣ ਕਰ ਰਹੇ ਸੀ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ। ਉਹ ਹਰੀ ਦਾ ਨਾਮ ਸੰਗਤ ਵਿੱਚ ਹੀ ਮਿਲਦਾ ਹੈ। ਤੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਮਨ ਇਹ ਭਾਉ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਸੰਗਤ ਦਾ ਪਿਆਰ ਪ੍ਰੇਮ ਪੈਦਾ ਹੋ ਗਿਆ। ਤਾਂ ਤੇ ਸਿੱਖਾ ਸ਼੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਆ ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰੀਏ।
संच हर तन पूज सतगुर अते गुरु की पूजा करिए, गुरु के चरणी लगिए, छोड़ सगल विकार, बाकी सोचा त्याग दे, बाकी कढ़ दे दिमाग दे विचों सब कुछ, केवल ते केवल उस अकाल पुरख नाल जुड़ना करिए। किहड़े नाल? हुण सवाल पैदा हो गया, किहड़े नाल? ते तेरे ये सवाल का जवाब है, जिन तो साज सवारिया, जिन्हें तैनू बनाया। मात गर्भ मह आपन सिमरन दे, तह तुम राखण हारे, जिन्हें माता दे उदर विच, माता दे गर्भ दे विच तेरी रचना रची, तैनू सुंदर शरीर बना के दिता, जिहदे विच तैनू बिठाउणा कीता, सुंदर घर बनाया तेरे बैठण दे लई जिसने। जिन तू साज सवारिया हर सिमर होए उधार, उसे नू सिमर के तेरा उधार होना है, तेरा भला होना है। उसे नू सिमर के तो वापस ओहदे विच मिल सकता है। जप मन नाम एक अपार, केवल ते केवल एक परमेश्वर ही अपार, बड़ा बेअंत है, विशाल है। आल वड़ दे विच जिहड़ा समाया होया है, केवल ते केवल ओहो ही तैनू पार ला सकता है। वो आप पार है, अपार है, बेअंत है। जिसका साहिब एवण होए, जिहदा एडा वड्डा मालक होवे, पातशाह कहंदे सो जन पर कर जात ना सोवे, वो थां थां भटकदा चंगा नहीं लगदा, जिहदा एडा वड्डा मालक होवे। जप मन नाम एक अपार, मना आ उस परिपूर्ण परमेश्वर परमात्मा का नाम जपीए। किहड़े दा? क्योंकि दुनिया ने बड़े रब बना छड़े, कोई ब्रह्मा नूं कहना, कोई विष्णु नूं कहना, कोई महेश नूं कहना, 33 करोड़ देवी देवते, पता नहीं कितनियां मूर्तियां बना के दुनिया पूजी जाती है। कोई पशुओं नूं रब कही जाता, जदों कि सतगुरु गोबिंद सिंह जी कहते मैं भी रब नहीं। भाव लोग शरीरां नाल जुड़े हुए हैं, शरीरां दीयां मूर्तियां बना के बैठे हैं और शरीरां नूं रब मन के बैठे आ। शरीर की गल करके गुरु गोबिंद सिंह जी नूं कहना पिया कि मैं रब नहीं हाँ, क्योंकि तुसीं मेरे शरीर नाल जुड़ोगे तो शरीर है जिहड़ा ये रब नहीं है। शरीर है जिहड़ा ये रब नहीं है। मेरा रूप ग्रंथ की जान, मैं शब्द हाँ, इसमें भेद न रंचक मान, जो मुझ बचन करन की चाहे, ग्रंथ विचार सुनो चित लाए। आत्मा ग्रंथ शरीर मेरा पंथ जानो, आत्मा करके मैं ग्रंथ क्यों बोलांगा, शरीर करके मैं पंथ क्यों बोलांगा। पंजां दे समूह चों, पंजां दे इकट्ठ चों, पंजां प्यारियां दे विचों पंथ विच मैं शरीर करके बोलांगा, वरतांगा, और आत्मा करके मैं बाणी चों बोलांगा। मेरे प्रीतम जी कहंदे प्राण मन तन जिन है दिया, हृदय का आधार, उस परमेश्वर नूं जपीए आपां जिन्हें तैनू ये सुंदर शरीर दिता, शरीरां विच प्राण दिता, मन ते तन दिता। मन बुद्ध चित्त अहंकार, ये चार चीज़ां मिल के अंतशकरण बनता है। ये अंतशकरण जिसने तेरे अंदर रखे है, हृदय का आधार, तेरे आत्मा नूं एक आसरा दिता डोलण तो बचाउण दे लई। रहाओ, रुक जाओ, बस इस नूं सिमरना है। जो रहाओ दी पंक्ति हुंदी है, इस शब्द का मेन भाव हुंदा है, लोहे ते लकीर हुंदा है, बस सिखा इस परमात्मा नूं सिमरना कर, इसनूं सिमरिया ही तेरा उधार होना है, तेरी मुक्ति होनी है, तू परमेश्वर विच मिल सकता है दोबारा। रहाओ, नहीं तो ये दुनिया जिहड़ी कित्थे जुड़ी हुई है, काम करो दे अहंकार माते, व्यापिया संसार। इस सारा संसार जिहड़ा है काम क्रोध
ਲੋਭ ਮੋਹ ਅਹੰਕਾਰ ਆਦि ਇਹਨਾਂ ਵਿੱਚ ਮਸਤ ਹੈ। ਮਾਤੇ ਭਾਵ ਮਸਤ ਹੋਇਆ ਹੈ। ਸਮਝ ਨਹੀਂ ਆ ਰਹੀ ਮਨੁੱਖ ਨੂੰ ਮੈਂ ਕੌਣ ਹਾਂ, ਕੀ ਲੈਣ ਆਇਆ, ਕੀ ਕਰਨ ਆਇਆ। ਮਨੁੱਖ ਨਸ਼ੇ ਦੇ ਵਿੱਚ ਹੈ, ਕੋਈ ਕਾਮ ਦੇ ਨਸ਼ੇ 'ਚ ਹੈ, ਕੋਈ ਕ੍ਰੋਧ ਦੇ ਨਸ਼ੇ 'ਚ ਹੈ, ਕੋਈ ਮੋਹ ਦੇ ਨਸ਼ੇ 'ਚ ਹੈ, ਕੋਈ ਮਾਇਆ ਦੇ ਲੋਭ ਲਾਲਚ ਦੇ ਨਸ਼ੇ 'ਚ ਹੈ। ਕਿਸੇ ਨੂੰ ਹੰਕਾਰ ਹੈ ਕੁਰਸੀਆਂ ਦਾ, ਪਦਵੀਆਂ ਦਾ, ਕਿ ਜੋ ਮੈਂ ਕਰਦਾ ਉਹ ਹੀ ਠੀਕ ਆ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ, ਜਿਸ ਕਰਕੇ ਦੁਬਾਰਾ ਫੇਰ ਇਹ ਸੰਸਾਰ ਵਿੱਚ ਜੰਮਦਾ ਮਰਦਾ। ਇਹ ਸੰਸਾਰ ਹੈ। ਸੰਸਾਰ ਸੰਸਿਆਂ ਚੋਂ ਪੈਦਾ ਹੋਇਆ, ਫੁਰਨਿਆਂ ਚੋਂ ਪੈਦਾ ਹੋਇਆ। ਅੰਤ ਕਾਲ ਜੇ ਇਸਤਰੀ ਸਿਮਰੇ ਕਾਮ ਵਾਸ਼ਨਾ, ਬੇਸਵਾ ਜੋਨ ਹੋਏ ਬਲ ਬਲ ਔਤਰੇ। ਟੇਢੀਆਂ ਜੂਨਾਂ ਦੇ ਵਿੱਚ ਫਿਰ ਚਲਿਆ ਜਾਂਦਾ ਦੁਬਾਰਾ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਔਤਰੇ। ਤੋ ਇਹ ਇਹਨਾਂ ਪੰਜਾਂ ਵਿਕਾਰਾਂ ਦੇ ਕਾਰਨ ਹੀ ਬਾਰ-ਬਾਰ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਸ ਇੱਥੋਂ ਹੀ ਸੰਸਾਰ ਬਣਿਆ। ਕਾਮ ਕ੍ਰੋਧ ਅਹੰਕਾਰ ਮਾਤੇ ਜਿਹੜੇ ਇਹਨਾਂ ਵਿਕਾਰਾਂ ਵਿੱਚ ਮਸਤ ਹਨ, ਵਿਆਪਿਆ ਸੰਸਾਰ, ਉਹਨਾਂ ਦੇ ਉੱਤੇ ਫਿਰ ਇਹ ਸੰਸਾਰ ਦਾ ਗਲਬਾ ਪੈ ਗਿਆ। ਭਾਵ ਦੁਬਾਰਾ ਟੇਢੀਆਂ ਜੂਨਾਂ ਵਿੱਚ ਫਿਰ ਚਲੇ ਗਏ। ਗੁਰਮੰਤਰਹੀਨ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨੈ, ਕੂਕਰੈ ਸੂਕਰੈ ਤਾਕੈ ਗਲਤ ਪੈ ਸਰਪਣੈ, ਤੁਲ ਖਲੈ। ਉਹ ਕੁੱਤਿਆਂ ਸੋਰਾਂ ਦੀਆਂ ਟੇਢੀਆਂ ਜੂਨਾਂ ਦੇ ਵਿੱਚ ਚਲੇ ਜਾਂਦੇ ਹਨ। ਮੇਰੇ ਪ੍ਰੀਤਮ ਜੀ ਕਹਿੰਦੇ ਭਲਿਆ ਇਹ ਸੰਸਾਰ ਤਾਂ ਇਹਨਾਂ ਵਿਕਾਰਾਂ 'ਚ ਪਿਆ ਹੋਇਆ, ਤੂੰ ਤਾਂ ਬਚ। ਜਿਹੜਾ ਵੀ ਗੁਰੂ ਦੇ ਚਰਨਾਂ 'ਚ ਆਉਂਦਾ ਹੈ, ਗੁਰੂ ਉਹਨੂੰ ਸਮਝਾਉਂਦਾ ਤੂੰ ਬਚ। ਇਹ ਸੰਸਾਰ ਤਾਂ ਡੁੱਬਦਾ ਜਾ ਰਿਹਾ ਹੈ, ਸੰਸਾਰ ਦੇ ਵਿੱਚ, ਸੰਸਿਆਂ ਦੇ ਵਿੱਚ। ਪਰ ਸਿੱਖਾ ਪਾਉ ਸੰਤ ਸਰਨੀ ਲਾਗ ਚਰਨੀ, ਤੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰ, ਪਰਮੇਸ਼ਰ ਦੇ ਪਿਆਰਿਆਂ ਦੇ ਸ਼ਰਨ ਵਿੱਚ ਆ, ਉਹਨਾਂ ਦੇ ਚਰਨੀ ਲੱਗ। ਭਾਵ ਉਹਨਾਂ ਦੀ ਗੱਲ ਸੁਣ। ਮਿਟੈ ਦੁੱਖ ਅੰਧਾਰ, ਤਾਂ ਤੇ ਤੇਰਾ ਅਗਿਆਨਤਾ ਦਾ ਦੁੱਖ ਹੈ ਜਿਹੜਾ ਉਹ ਖਤਮ ਹੋ ਸਕੇ। ਕਿਉਂਕਿ ਹਨੇਰਾ ਜਿਹੜਾ ਇਹ ਵੱਡਾ ਦੁੱਖ ਹੈ ਤੇ ਚਾਨਣ ਸੁੱਖ ਹੈ। ਇਸੇ ਤਰ੍ਹਾਂ ਹਨੇਰੇ ਵਰਗਾ ਅਗਿਆਨਤਾ ਦਾ ਦੁੱਖ ਹੈ ਤੇ ਚਾਨਣ ਵਰਗਾ ਗਿਆਨ ਦਾ ਸੁੱਖ ਹੈ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦ ਦੀਵਾ ਜਗਦਾ ਤੇ ਹਨੇਰਾ ਭੱਜ ਜਾਂਦਾ ਤੇ ਸਾਨੂੰ ਕੁਝ ਸ਼ਾਂਤੀ ਆ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗ੍ਰੰਥਾਂ ਦੀ ਬਾਣੀ ਜਿਹੜੀ ਹੈ, ਜਦ ਇਸ ਨੂੰ ਵਿਚਾਰਾਂਗੇ, ਪੜਾਂਗੇ, ਜਦੋਂ ਇਸ ਬਾਣੀ ਨੂੰ ਪੜਾਂਗੇ, ਵਿਚਾਰਾਂਗੇ, ਤੇ ਉਸ ਵੇਲੇ ਫਿਰ ਪਾਤਸ਼ਾਹ ਜੀ ਕਹਿੰਦੇ ਤੇਰੇ ਅੰਦਰ ਦੀਵੇ ਵਰਗੀ ਲਾਈਟ ਹੋ ਜਾਵੇਗੀ। ਦੀਵਾ ਤਾਂ ਜਿਹੜਾ ਹੈ ਹਨੇਰਾ ਭਜਾ ਸਕਦਾ ਹੈ, ਪਰ ਗੁਰੂ ਦਾ ਸ਼ਬਦ ਤੇਰੀ ਅਗਿਆਨਤਾ ਭਜਾ ਸਕਦਾ ਹੈ। ਔਰ ਇਹ ਗੁਰੂ ਸ਼ਬਦ ਦਾ ਗਿਆਨ ਹੈ ਜਿਹੜਾ ਕਰੋੜਾਂ ਦੀਵਿਆਂ ਤੋਂ, ਹਜ਼ਾਰਾਂ ਸੂਰਜਾਂ ਤੇ ਕਰੋੜਾਂ ਚੰਦਰਮਾ ਤੋਂ ਵੱਡਾ ਹੈ। ਜੇ 100 ਚੰਦਾ ਉਗਵੇ, ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨੇ ਚਾਨਣ ਦੇ ਹੁੰਦਿਆਂ ਹੋਇਆਂ ਵੀ ਗੁਰੂ ਤੋਂ ਬਗੈਰ ਘੁੱਪ ਹਨੇਰਾ ਹੈ। ਭਾਵ ਬੰਦਾ ਭਟਕ ਰਿਹਾ ਹੈ। ਬਹੁਤ ਪੜ੍ਹਿਆ ਲਿਖਿਆ ਵੀ ਹੈ ਬੰਦਾ, ਸਾਇੰਸਦਾਨ ਵੀ ਬਣ ਗਿਆ ਹੋਊਗਾ, ਬੇਅੰਤ ਕਿਤਾਬਾਂ ਵੀ ਪੜ੍ਹ ਲਈਆਂ, ਕਿਤਾਬੀ ਕੀੜਾ ਬਣ ਗਿਆ, ਕਿਤਾਬੀ ਗਿਆਨ ਪ੍ਰਾਪਤ ਕਰ ਲਿਆ, ਪਰ ਗੁਰੂ ਤੋਂ ਬਗੈਰ ਹਜੇ ਵੀ ਭਟਕ ਰਿਹਾ ਹੈ। ਕੋ ਸਤਿਨਾਮ ਸ੍ਰੀ। ਇੰਨਾ ਗਿਆਨ ਹੁੰਦਿਆਂ ਹੋਇਆਂ ਜੇ ਗੁਰੂ ਦਾ ਗਿਆਨ ਪ੍ਰਾਪਤ ਨਹੀਂ ਕੀਤਾ, ਗੁਰਮਤਿ ਨੂੰ ਜਾਣਿਆ ਨਹੀਂ, ਗੁਰੂ ਦੀ ਮੱਤ ਨੂੰ ਸਮਝਿਆ ਨਹੀਂ, ਤੇ ਫਿਰ ਸਮਝੋ ਹਜੇ ਇਹ ਅੰਨਾ ਹੈ। ਜੇ 100 ਚੰਦਾ ਉਗਵੇ, ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਤਾਂ ਇਹਨਾਂ ਵਿਕਾਰਾਂ ਵਿੱਚ ਮਸਤ ਹੈ। ਭਲਿਆ ਤੂੰ ਤਾਂ ਸਮਝ ਸਿੱਖਾ। ਪਾਉ ਸੰਤ ਸਰਨੀ ਲਾਗ ਚਰਨੀ, ਆ ਗੁਰੂ ਦੇ ਪਿਆਰਿਆਂ ਦੀ ਸ਼ਰਨ ਵਿੱਚ ਚੱਲੀਏ।
ਉਹਨਾਂ ਦੇ ਚਰਨੀ ਲੱਗੀਏ। ਮਿਟੇ ਦੁੱਖ ਅੰਧਿਆਰ, ਜਿਹੜਾ ਅਗਿਆਨਤਾ ਦਾ ਦੁੱਖ ਹੈ ਇਹਨੂੰ ਖਤਮ ਕਰੀਏ। ਪ੍ਰੀਤਮ ਦਾ ਬਚਨ ਹੈ ਨਾ, ਕੂੜ ਅਮਾਵ ਸਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਮੈਂ ਮਾਤਲੋਕ ਵਿੱਚ ਆਇਆ ਹਾਂ, ਮੈਂ ਦੇਖ ਰਿਹਾ ਕਿਤੇ ਸੱਚ ਦਾ ਚੰਦਰਮਾ। ਚੰਦਰਮਾ ਨਹੀਂ ਆਕਾਸ਼ ਵਾਲਾ, ਸੱਚ ਦਾ ਚੰਦਰਮਾ, ਜਿਹੜਾ ਝੂਠ ਦੀ ਮੱਸਿਆ ਵੀ ਛੁਪ ਗਿਆ ਹੈ। ਹਉ ਭਾਲ ਬਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਤੇ ਦੁਨੀਆ ਹਨੇਰੇ ਵਿੱਚ ਭਟਕ ਰਹੀ ਹੈ। ਬਾਬਾ ਨਾਨਕ ਜੀ ਕਹਿੰਦੇ ਮੈਂ ਵੀ ਸੱਚ ਨੂੰ ਲੱਭਦਾ ਲੱਭਦਾ ਥੱਕ ਗਿਆ। ਮੈਨੂੰ ਦੁਨੀਆ ਵਿੱਚ ਸੱਚ ਨਹੀਂ ਲੱਭ ਰਿਹਾ, ਸਾਰੀ ਦੁਨੀਆ ਝੂਠ ਤੇ ਚੱਲ ਪਈ ਹੈ। ਮਾਨੋ ਸੰਸਾਰ ਵਿੱਚ ਝੂਠ ਦੀ ਮੱਸਿਆ ਫੈਲ ਗਈ ਹੈ, ਅਗਿਆਨਤਾ ਦਾ ਹਨੇਰਾ ਹੋ ਗਿਆ ਹੈ। ਕੂੜ ਅਮਾਵ ਸਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਹਉ ਭਾਲ ਬਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਪਉ ਸੰਤ ਸਰਨੀ ਲਾਗ ਚਰਨੀ ਆ, ਇਸ ਝੂਠ ਦੀ ਮੱਸਿਆ ਨੂੰ ਭਜਾਉਣਾ ਕਰੀਏ। ਤੇ ਕਦੋਂ ਭਜਿਆ? ਆ ਦਿਹਾੜੇ ਚੱਲ ਰਹੇ ਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਜਦੋਂ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਵਿੱਚ ਆਉਣਾ ਕੀਤਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਦੁਨੀਆ ਵਿੱਚ ਪ੍ਰਕਾਸ਼ ਹੋਇਆ, ਉਹਨਾਂ ਦਾ ਆਉਣਾ ਹੋਇਆ, ਤੇ ਉਸ ਵੇਲੇ ਫਿਰ ਕੀ ਹੋਇਆ? ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਤੇ ਧੁੰਦ ਕੋਈ ਆ ਸਿਆਲ ਵਾਲੀ ਨਹੀਂ ਸੀਗੀ। ਧੁੰਦ ਦਾ ਮਤਲਬ ਅਗਿਆਨਤਾ ਸੀ, ਜਿਹੜੀ ਬਾਬੇ ਨਾਨਕ ਨੇ ਗਿਆਨ ਦੇ ਕੇ ਦੂਰ ਕਰਨੀ ਸ਼ੁਰੂ ਕੀਤੀ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ। ਜਿਵੇਂ ਸੂਰਜ ਚੜ੍ਹਦਿਆਂ ਹੀ ਤਾਰੇ ਲੁਕ ਜਾਂਦੇ ਨੇ, ਹਨੇਰਾ ਭੱਜ ਜਾਂਦਾ ਹੈ, ਧੁੰਦ ਕੱਟੀ ਜਾਂਦੀ ਹੈ ਸੂਰਜ ਚੜ੍ਹਦਿਆਂ। ਉਸੇ ਤਰ੍ਹਾਂ ਬਾਬੇ ਨਾਨਕ ਦੇ ਗੱਲ ਕਰਦੇ ਆ। ਬਾਬੇ ਨਾਨਕ ਦੇ ਪ੍ਰਗਟ ਹੁੰਦਿਆਂ ਹੀ ਦੁਨੀਆ ਦੇ ਵਿੱਚ ਕੀ ਹੋਇਆ? ਜਿਵੇਂ ਬਾਬੇ ਨਾਨਕ ਨੂੰ ਬ੍ਰਾਹਮਣ ਹਰਦਿਆਲ ਨੇ ਜਨੇਊ ਪਾਉਣ ਦੀ ਸਲਾਹ ਲਈ ਦਿੱਤੀ, ਤੇ ਬਾਬਾ ਨਾਨਕ ਜੀ ਕਹਿੰਦੇ ਇਹਦੇ ਪਾਉਣ ਨਾਲ ਕੀ ਹੋਵੇਗਾ? ਉਹ ਜਿੰਨਾ ਕੁ ਵਿਚਾਰਾ ਜਾਣਦਾ ਸੀ ਉਹਨਾਂ ਕੁ ਦੱਸਦਾ। ਕਹਿੰਦਾ ਜੀ ਇਸ ਨੂੰ ਪਾ ਕੇ ਬੰਦਾ ਧਰਮੀ ਹੋ ਜਾਂਦਾ। ਰਸੋਈ ਵੀ ਜਾਣ ਜੋਗਾ ਤਾਂ ਹੁੰਦਾ ਜੇ ਜਨੇਊ ਪਾਇਆ ਹੋਵੇ, ਧਰਮੀ ਹੋਵੇ। ਪੁਰਾਣੇ ਸਮਿਆਂ 'ਚ ਲੋਕ ਬੜੀ ਸ਼ੰਕਾ ਮੰਨਦੇ ਸੀ, ਨਗੋਰਾ ਬੰਦਾ ਰਸੋਈ 'ਚ ਨਹੀਂ ਜਾ ਸਕਦਾ ਸੀਗਾ, ਨਹਾਤੇ ਧੋਤੇ ਬਿਨਾਂ ਰਸੋਈ 'ਚ ਨਹੀਂ ਸੀ ਜਾਂਦੇ। ਅੱਜ ਕੱਲ੍ਹ ਤਾਂ ਫਿਰ ਗਮ ਰਲਗੱਡ ਹੋ ਗਏ ਆ। ਹਰਦਿਆਲ ਨੇ ਇੰਨੀ ਗੱਲ ਹੀ ਦੱਸੀ ਕਿ ਬੰਦਾ ਧਰਮੀ ਹੋ ਜਾਂਦਾ ਜਨੇਊ ਪਾ ਕੇ। ਤੇ ਬਾਬਾ ਨਾਨਕ ਜੀ ਦਾ ਫਿਰ ਗਿਆਨ ਦਾ ਸੂਰਜ ਚੜ੍ਹਿਆ। ਕਹਿੰਦੇ ਭਾਵੇਂ ਇਹ ਬੰਦਾ ਧਾਰਮਿਕ ਚਿੰਨ੍ਹ ਪਾ ਕੇ, ਜਨੇਊ ਆਦਿ ਪਾ ਕੇ ਪੁੱਠੇ ਕੰਮ ਕਰੀ ਜਾਵੇ ਤਾਂ ਵੀ ਧਰਮੀ ਰਹਿ ਜਾਊਗਾ। ਲੱਖ ਚੋਰੀਆਂ, ਲੱਖ ਯਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ। ਜੇ ਆਹ ਕੰਮ ਨਹੀਂ ਛੱਡੂਗਾ, 10 ਜਨੇਊ ਪਾ ਕੇ ਧਰਮੀ ਹੋ ਜਾਊਗਾ। ਕਿਸੇ ਨੂੰ ਜਵਾਬ ਨਹੀਂ ਆਉੜਿਆ। ਉੱਥੇ ਸੈਂਕੜੇ ਪੰਡਤ ਬੈਠੇ ਹਨ। ਮਹਿਤਾ ਕਾਲੂ ਜੀ ਦੇ ਘਰੇ ਇੱਕ ਸਮਾਗਮ ਰਚਿਆ ਗਿਆ ਵੱਡਾ ਕਿ ਮੇਰਾ ਪੁੱਤਰ ਹੁਣ ਥੋੜਾ ਸਿਆਣਾ ਹੋ ਗਿਆ, ਇਹਨੂੰ ਧਰਮ ਦੇ ਵਿੱਚ ਲਿਆਂਦਾ ਜਾਵੇ। ਤੇ ਉਦੋਂ ਧਰਮ ਚੱਲਦਾ ਸੀ, ਹਿੰਦੂ ਤੇ ਮੁਸਲਮਾਨ ਦੋ ਹੀ ਧਰਮ ਚੱਲਦੇ ਸੀ। ਮੁਸਲਮਾਨ ਸੁਣਦ ਕਰਦੇ ਸੀ ਬੱਚੇ ਦੀ ਸਭਾ ਆਉਣ ਤੇ ਹਿੰਦੂ ਲੋਕ ਜਨੇਊ ਪਾਉਂਦੇ ਸੀ। ਤੇ ਬਾਬੇ ਨਾਨਕ ਦੇ ਜਨੇਊ ਪਾਉਣ ਵਾਸਤੇ ਆਪਣੇ ਇਲਾਕੇ ਦਾ ਮਸ਼ਹੂਰ ਪੰਡਤ ਹਰਦਿਆਲ ਸੱਦਿਆ ਗਿਆ। ਵੱਡਾ ਘਰ ਹੈ ਬਾਬੇ ਨਾਨਕ ਦੇ ਬਾਪੂ ਦਾ, ਭਾਵੇਂ ਉਹ ਪਟਵਾਰੀ ਵੀ ਹੈ, ਸੈਂਕੜੇ ਕਿੱਲੇ ਆਪਣੀ ਜ਼ਮੀਨ ਵੀ ਹੈ। ਵੱਡੇ ਘਰਾਂ ਦੇ ਵੱਡੇ ਸਮਾਗਮ ਹੁੰਦੇ ਆ ਤਾਂ ਗੁਰੂ ਪਿਆਰਿਓ ਸਾਰੇ ਨਗਰ ਨੂੰ ਸੱਦਾ ਦਿੱਤਾ, ਮਹਿਤਾ ਕਾਲੂ ਦੇ ਪੁੱਤਰ ਦੀ ਅੱਜ ਜਨੇਊ ਪਾਉਣਾ। ਸਾਰਾ ਪਿੰਡ ਆਇਆ, ਨਗਰ ਨਿਵਾਸੀ ਆਏ ਆ, ਰਿਸ਼ਤੇਦਾਰ ਵੀ ਸੱਦੇ ਆ, ਬ੍ਰਾਹਮਣ ਵੀ ਸੱਦੇ ਆ। ਹਰਦਿਆਲ ਦੇ ਨਾਲ ਹੋਰ ਵੀ ਕਈ ਪੰਡਤ ਆ ਗਏ। ਤਾਂ ਜਿਸ ਵੇਲੇ ਜਨੇਊ ਪਾਉਣ ਲੱਗਿਆ ਪੰਡਤ ਹਰਦਿਆਲ, ਤੇ ਬਾਬਾ ਜੀ ਨੇ ਹੱਥ ਕਰਕੇ ਰੋਕਤਾ, ਕਹਿੰਦੇ ਠਹਿਰੋ, ਕੀ ਇਹ ਜਨੇਊ ਪਾਉਣ ਦੇ ਨਾਲ ਅਸੀਂ ਧਰਮੀ ਹੋ ਜਾਵਾਂਗੇ? ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ ਤਗ ਕਪਾਹੋਂ ਕੱਤੀਐ, ਬਾਹਮਣ ਵੱਟੇ ਆਏ। ਤੇ ਉਧਰ ਕਿਹਾ ਹੈ
जीव हत्या। कोहे बकरा रिन खाया सब को आखै पाए। उधर बकरे मारे जा रहे है, इधर धर्म का काम किया जा रहा है। दोवें इकट्ठे किवें चलणगे? को सतनाम श्री। कोई बकरा रिन खाया सब को आखै पाए। फिर कल नूं ये पुराना हो जाऊगा, फिर बंदा धर्मी नहीं रहूगा। होए पुराना, पंडित कहना सुटिए, फिर पाइया होर, फिर होर पा लवे। बाबा जी कहते इहो जिहा जनेऊ मैं नहीं पाउणा, मैनूं वो जनेऊ चाहिए जिहड़ा तकड़ा होवे, टुटे ना मुड़ के। ये जनेऊ मैं नहीं लैना। पंडित हरदयाल कहन लग्या फिर की हो गया, होर किहड़ा जनेऊ लैना है? ते बाबा जी कहते दया कपा संतोख सूत जत गंढी सत वट। यह जनेऊ जी का, ये जीव आत्मा नूं चाहिदा, जनेऊ शरीर नूं नहीं चाहिदा केवल। यह जेऊ जनेऊ जी का हई त पांडे घट। ना ये टुटै नामा लगे, ना ये जले न जाए। धन सो मानस नानका जो गल चले पाए। धन है वो मनुख जिन्हां ने इन्हां गुणां नूं ग्रहण करके दुनिया तो जाना कीता। इस करके आओ रब दे प्यारियां दी शरणी पईए, उन्हां दे चरनी लगीए, उन्हां कोलों यह गुण प्राप्त करिए। सत संतोख गए दया कमावे, यह करनी सार। इहो मनुखा जीवन का तत्त है, सार तत्त है। इहो मनुख की सही करनी है कि मनुख के जीवन में दया सत संतोख आदि इन्हां गुणां का होना बड़ा जरूरी है। और संसार जिहड़ा है इन्हां विकारां विच फसिया होया है। तां ते आओ संच हर तन पूज सतगुर छोड़ सगल विकार। जिन तू साज सवारिया हर सिमर होए उधार। ओनू याद कर जिन्हें तेनू साजिया सवारिया, मतलब सोहना बनाया। किने सोहना बनाया? दुनिया विच पंछी भी है, पशु भी है, मनुख भी है। पर मनुख भी पशुओं की न्याई विचर रहा सी तो बाबे नानक ने आके इनू सोहना बनाना शुरू किया। पहला अंदरूनी ज्ञान दिता, फिर संसारी ज्ञान भी दिता। 10 जामियां विच वरत के मनुख नू पूरा किया जिहड़ी इच घाट पै चुकी सी। और 10वें जामे जाके फिर इसनों पातशाह जी ने बाहरे तौर पर सवारिया, 5 ककार दिते, साबत सूरत किया, केस दाढ़ी रखवाए, इनू होर भी सोहना बनाया। जो अकाल पुरख ने भेजिया सी इनू उहे जा किया गया। खालसा मेरो रूप है खास, ये बनाया गया। साबत सूर दस्तार सिरा। कहते जिन्हें तेनों साजिया ते सवारिया ओहदे चरनी लग। पाओ संत चरनी, पाओ संत सरनी लाग चरनी। मिठै दुख अंधियार, सत संतोख दया कमावे। यह करनी सार, आप छोड़ सब होए रेना। अपना हंकार छड्ड के सब दे नाल निमरता सहित वरतो। रेण हुंदा है निमरता रखनी। हंकार छड्ड के सारियां नाल प्यार नाल वरतो। आप छोड़ सब होए रेना, जिस दे प्रभ निरंकार। ये निमरता, ये गरीबी भी हरेक नूं थोड़ा मिलदी है। कहने अकाल पुरख दे घर विच जे किलो गरीबी सी तो उहदे विचों पौना किलो तो बाबे नानक नूं ही दे दिती गई। को सतनाम सी। भाव संसार नूं निमरता, चंगे गुण रखने सिखाया। ते थोड़ी निमरता गौ गरीब नूं दिती गई, इस्त्री नूं दिती गई। खैर वो पौना किलो गरीबी जिहड़ी बाबा नानक लैके आया दुनिया विच वंडी। मतलब कि हंकार छड्ड के निमरता च आ जा। आप छोड़ सब होए रेना। पर ये रेण कहती है धूड़ी नूं, धरती दी रेते नूं। इन्हां निमरता विच चलिया जाना कबीरा। बाबा फरीद जी कहते फरीदा खाक ना निंदिया, खाकू जेड़ ना कोए। जीवंदियां पैरां तले मोया उपर होए। ये मिट्टी जिहड़ी है तैथों चंगी है। जदों तू जिउणा तो ये उत्ते चलदा, जब तू मर जाना तैनूं आपदे विच मिला लैंदी आ, तेरे उत्तों दी पै जांदी आ। इस करके अपने हंकार नूं छड्ड के परमेश्वर नाल जुड़ना करो।
ਜਿਸ ਦੇ ਪ੍ਰਭ ਨਿਰੰਕਾਰ, ਜੇ ਤੈਨੂੰ ਰੱਬ ਬਖਸ਼ ਦੇਵੇ। ਨਿਮਰਤਾ ਵੀ ਹਰੇਕ ਨੂੰ ਨਹੀਂ ਮਿਲਦੀ। ਮਿੱਠਾਪਣ, ਮਿੱਠ ਬੋਲੜਾ ਸੁਭਾਅ ਪਰਮੇਸ਼ਰ ਦਾ ਹੈ, ਤੇ ਪਰਮੇਸ਼ਰ ਵਾਲਾ ਮਿੱਠ ਬੋਲੜਾ ਸੁਭਾਅ ਕਿਸੇ ਵਿਰਲੇ ਵਿਰਲੇ ਦਾ ਬਣਦਾ ਹੈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਆਪ ਛੋੜ ਸਭ ਹੋਏ ਰੇਨਾ, ਜਿਸ ਦੇ ਪ੍ਰਭ ਨਿਰੰਕਾਰ, ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਸਾਰ। ਜਦੋਂ ਤੇਰਾ ਐਸਾ ਸੁਭਾਅ ਬਣ ਗਿਆ, ਤੈਨੂੰ ਹਰ ਥਾਂ ਤੇ ਪਰਮੇਸ਼ਰ ਦਿਖਾਈ ਦੇਵੇਗਾ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਕਨ੍ਹਈਆ ਜੀ ਨੂੰ ਹਰ ਥਾਂ ਤੇ ਪਰਮੇਸ਼ਰ ਦਿਖਾਈ ਦੇਣ ਲੱਗਿਆ। ਦੁਸ਼ਮਣ ਵਿੱਚੋਂ ਵੀ ਗੁਰੂ ਸਾਹਿਬ ਨੂੰ ਸਮਝ ਕੇ, ਉਸ ਦੀ ਜੋਤ ਨੂੰ ਸਮਝ ਕੇ ਪਾਣੀ ਪਿਲਾਉਂਦਾ ਹੈ। ਇਹ ਸੁਭਾਅ ਜਦੋਂ ਤੇਰਾ ਬਣ ਗਿਆ, ਸਾਰੇ ਪਾਸੇ ਤੈਨੂੰ ਪਰਮੇਸ਼ਰ ਦਿਖਾਈ ਦੇਵੇਗਾ। ਪਸਰਿਆ ਪਸਾਰ, ਸਾਰਾ ਪਸਾਰਾ ਉਸ ਇੱਕ ਦਾ ਪਸਾਰਿਆ ਹੋਇਆ, ਜਿਹਦੀ ਗੱਲ ਕੱਲ ਕਰ ਰਹੇ ਸੀਗੇ। ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ, ਜਿਸ ਨੇ ਸ੍ਰਿਸ਼ਟੀ ਬਣਾਈ ਹੈ, ਸ੍ਰਿਸ਼ਟੀ ਦੇ ਜੀਵਾਂ ਨੂੰ ਬਣਾਇਆ ਹੈ, ਸਰੀਰਾਂ ਨੂੰ ਬਣਾਇਆ, ਬਸ ਉਹੀ ਪਰਮੇਸ਼ਰ ਹੈ। ਤੇ ਤੂੰ ਉਸੇ ਨੂੰ ਸਿਮਰਨਾ ਕਰ। ਜਦੋਂ ਤੇਰਾ ਐਸਾ ਜੀਵਨ ਬਣ ਗਿਆ, ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਸਾਰ, ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਇਹ ਗੱਲ ਬਣਨੀ ਹੈ ਗੁਰੂ ਦੀ ਕਿਰਪਾ ਨਾਲ। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਨਾਨਕ ਕਹੋ ਕਿ ਇਹ ਭਰਮ ਗੁਰੂ ਦੀ ਕਿਰਪਾ ਨਾਲ ਕੱਟੇ ਜਾਣਗੇ। ਜਿਵੇਂ ਮੂਲ ਮੰਤਰ ਦੇ ਅਖੀਰ ਤੇ ਲਿਖਿਆ ਗੁਰ ਪ੍ਰਸਾਦ। ਮੂਲ ਮੰਤਰ ਵਿੱਚ ਪਰਮੇਸ਼ਰ ਦੀ ਡੈਫੀਨੇਸ਼ਨ ਹੈ, ਪਰਮੇਸ਼ਰ ਦੀ ਜਾਣਕਾਰੀ ਹੈ, ਪਰਮੇਸ਼ਰ ਦਾ ਸੁਭਾਅ ਹੈ ਮੂਲ ਮੰਤਰ ਦੇ ਵਿੱਚ। ਤੇ ਅਖੀਰ ਤੇ ਲਿਖਿਆ ਗੁਰ ਪ੍ਰਸਾਦ। ਗੁਰ ਪ੍ਰਸਾਦ ਦਾ ਮਤਲਬ ਹੈ ਐਸਾ ਪਰਮੇਸ਼ਰ ਤੈਨੂੰ ਗੁਰੂ ਦੀ ਕਿਰਪਾ ਨਾਲ ਮਿਲੇਗਾ। ਗੁਰੂ ਵਾਲਾ ਬਣ, ਗੁਰੂ ਦੇ ਕੋਲ ਜਾ, ਗੁਰੂ ਨੂੰ ਪੁੱਛ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਹੋ ਨਾਨਕ ਗੁਰ ਭਰਮ ਕਾਟਿਆ। ਤੇ ਜਦੋਂ ਗੁਰੂ ਕੋਲ ਜਾਏਗਾ, ਤੇਰੇ ਵਹਿਮਾਂ ਭਰਮਾਂ ਨੂੰ ਉਹ ਕੱਟ ਕੇ ਤੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇਗਾ, ਜਿਸ ਦੇ ਪ੍ਰਭ ਨਿਰੰਕਾਰ, ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ। ਉਹ ਗੁਰੂ ਕੋਲੇ ਆ ਜਾਂਦੇ ਆ, ਤੇ ਗੁਰੂ ਉਹਨਾਂ ਤੇ ਕਿਰਪਾ ਕਰਕੇ ਪਰਮੇਸ਼ਰ ਨੂੰ ਮਿਲਾ ਦਿੰਦਾ ਹੈ। ਪਰਮੇਸ਼ਰ ਤੇ ਗੁਰੂ ਰਲ ਕੇ ਕਿਰਪਾ ਕਰਦੇ ਹੈ, ਜਿਵੇਂ ਮਾਤਾ ਤੇ ਪਿਤਾ ਦੋਨੇ ਆਪਣੇ ਬੱਚੇ ਤੇ ਕਿਰਪਾ ਕਰਦੇ ਆ। ਸੋ ਪਰਮੇਸ਼ਰ ਦੀ ਕਿਰਪਾ ਨਾਲ ਸਰੀਰ ਬਣਿਆ। ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ। ਨਹੀਂ ਤਾਂ ਟੇਢੀਆਂ ਜੂਨਾਂ ਵਿੱਚ ਵੀ ਆਤਮਾ ਤਾਂ ਆਪਣੇ ਵਾਲੀ ਹੈ ਨਾ, ਪਰ ਆਪਾਂ ਨੂੰ ਮਨੁੱਖ ਬਣਾਇਆ, ਇਹ ਉਹਦੀ ਕਿਰਪਾ। ਉਸ ਤੋਂ ਬਾਅਦ ਫਿਰ ਕਿਰਪਾ ਹੋਈ ਕਿ ਉਸਨੇ ਪ੍ਰੇਰਨਾ ਕਰਕੇ ਤੁਹਾਨੂੰ ਕਿਸੇ ਦੀ ਐਸੀ ਸੰਗਤ ਬਖਸ਼ੀ, ਜਿਹਦੀ ਕਿਰਪਾ ਸਦਕਾ ਤੁਸੀਂ ਇੱਥੇ ਗੁਰੂ ਘਰ 'ਚ ਪਹੁੰਚ ਗਏ। ਇਹ ਵੀ ਉਹਦੀ ਕਿਰਪਾ। ਇੱਥੇ ਪਹੁੰਚ ਕੇ ਜੇ ਤੁਸੀਂ ਗੌਰ ਕੀਤੀ ਗੁਰੂ ਦੀ ਗੱਲ ਤੇ ਫਿਰ ਗੁਰੂ ਨੇ ਕਿਰਪਾ ਕਰਨੀ ਆ, ਤੁਹਾਨੂੰ ਪਰਮੇਸ਼ਰ ਦੀ ਜਾਣਕਾਰੀ ਦੇ ਕੇ ਉਹਦੇ ਵਿੱਚ ਮਿਲਾ ਦੇਣਾ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਇਹ ਕਿਰਪਾ ਹੋਈ ਆਪਣੇ ਤੇ ਮਨੁੱਖਾ ਜਨਮ ਮਿਲਿਆ। ਪਾਤਸ਼ਾਹ ਜੀ ਬੇਨਤੀ ਕਰਦੇ ਆ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਹੈ ਮਾਲਕੋ, ਤੁਹਾਡੀ ਕਿਰਪਾ ਨਾਲ ਜੇ ਤੁਸੀਂ ਮਨੁੱਖ ਬਣਾਇਆ ਹੀ ਹੈ, ਤਾਂ ਹੁਣ ਦਰਸ਼ਨ ਵੀ ਦੇਹੋ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ, ਜੇ ਗੁਰੂ ਕੋਲੇ ਆ ਹੀ ਗਏ ਤੇ ਫਿਰ ਆ ਵੀ ਮੰਗ ਲਓ। ਜਿੱਥੇ ਹੋਰ ਵਸਤੂਆਂ ਮੰਗਦੇ ਹੋ, ਆ ਵੀ ਮੰਗਣ ਵਾਲੀ ਚੀਜ਼ ਹੈ। ਕੀ ਕਹਿੰਦੇ, ਮਹਾਰਾਜ ਕਿਰਪਾ ਹੋਈ, ਸਤਿਗੁਰ ਸੱਜਣ ਮਿਲਿਆ। ਹੁਣ ਸਤਿਗੁਰੂ ਜੀ ਕਿਰਪਾ ਕਰੋ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜੋ ਨਾਨਕ ਜੀ ਨਾਮ ਲੈ ਕੇ ਆਏ, ਮੈਨੂੰ ਉਹ ਨਾਮ ਵੀ ਦੇ ਦਿਓ। ਪਰ ਇਹ ਤਾਂ ਆਪਾਂ ਮੰਗਦੇ ਹੀ ਨਹੀਂ ਗੇ, ਸੰਸਾਰੀ ਸਮਾਨ ਮੰਗਦੇ ਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਰਾਮ ਤਾਂ ਕੋਈ ਬਿਰਲਾ ਹੀ ਮੰਗਦਾ, ਪਰਮੇਸ਼ਰ ਤੋਂ ਪਰਮੇਸ਼ਰ ਨੂੰ ਕੋਈ ਬਿਰਲਾ ਹੀ ਮੰਗਦਾ, ਗੁਰੂ ਤੋਂ ਗੁਰੂ ਨੂੰ ਕੋਈ ਬਿਰਲਾ ਮੰਗਦਾ। ਤੇ ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ, ਉਹਨਾਂ ਨੂੰ ਸਭ ਕੁਝ ਮਿਲ ਗਿਆ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਤਾਂ ਤੇ ਗੁਰੂ ਨੂੰ ਬੇਨਤੀ ਕਰੀਏ ਕਿ ਤੁਸੀਂ ਮੈਨੂੰ ਆਪਣਾ ਬਣਾ ਲਓ ਤੇ ਤੁਸੀਂ ਮੇਰੇ ਬਣ ਜਾਓ। ਕੋ ਸਤਨਾਮ। ਇਹ ਮੰਗਿਆ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ। ਕਹਿੰਦੇ ਬੜੀ ਉਹਨਾਂ ਨੇ ਭਗਤੀ ਕੀਤੀ, ਬੜੀ ਸੇਵਾ ਅਰਚਨਾ ਕੀਤੀ। ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਦੇ ਲਈ ਤੇ ਇੱਕ ਦਿਨ ਦਰਸ਼ਨ ਹੋ ਗਏ।
ਤੇ ਪਰਮੇਸ਼ਰ ਕਹਿਣ ਲੱਗੇ, ਨਾਨਕ ਸਿੰਘ ਕੀ ਮੰਗਦਾ ਤੂੰ ਮੰਗ, ਤੈਨੂੰ ਕੀ ਚਾਹੀਦਾ। ਅੱਗੋਂ ਮਹਾਂਪੁਰਸ਼ ਬਾਬਾ ਨਾਨਕ ਸਿੰਘ ਜੀ ਭੁੱਚੋ ਵਾਲੇ, ਰੂਮੀ ਵਾਲੇ, ਕਹਿੰਦੇ ਜੀ ਮੈਨੂੰ ਤਾਂ ਮੰਗਣਾ ਨਹੀਂ ਆਉਂਦਾ। ਕਹੋ ਸਤਿਨਾਮ। ਕਹਿੰਦੇ ਨਹੀਂ ਨਹੀਂ, ਤੂੰ ਇੰਨੇ ਚਿਰ ਤੋਂ ਭਗਤੀ ਕਰਦਾ, ਮੈਨੂੰ ਤੂੰ ਸੱਦਿਆ, ਮੈਂ ਆ ਗਿਆ, ਹੁਣ ਤੂੰ ਮੰਗ ਲਾ ਕੀ ਮੰਗਣਾ। ਕਹਿੰਦਾ ਜੀ ਮੰਗਣਾ ਨਹੀਂ ਆਉਂਦਾ ਮੈਨੂੰ, ਮੈਂ ਕੀ ਮੰਗਾ। ਕਹਿੰਦੇ ਨਹੀਂ, ਮੈਂ ਇੱਕ ਬਚਨ ਹੋਰ ਕਰਦਾ, ਮੰਗਣਾ ਤੇ ਮੰਗ ਲੈ। ਕਹਿੰਦੇ ਜੀ ਬਸ ਇੰਨੀ ਕਿਰਪਾ ਕਰ ਦਿਓ, ਜੇ ਤਰੁੱਠਿਓ ਤਾਂ ਮੈਨੂੰ ਆਪ ਦਾ ਬਣਾ ਲਓ, ਤੁਸੀਂ ਮੇਰੇ ਬਣ ਜਾਓ। ਕਹੋ ਸਤਿਨਾਮ। ਕਹਿੰਦੇ ਵਾਹ ਆਨੰਦ ਸਿਆ, ਕਹਿੰਦਾ ਮੈਨੂੰ ਮੰਗਣਾ ਨਹੀਂ ਆਉਂਦਾ ਤੇ ਤੂੰ ਛੱਡਿਆ ਹੀ ਕੁਛ ਨਹੀਂ, ਜਦ ਮੈਂ ਤੇਰਾ ਬਣ ਗਿਆ ਤੇ ਮੇਰਾ ਸਾਰਾ ਕੁਝ ਤੇਰਾ ਬਣ ਗਿਆ। ਕਹੋ ਸਤਿਨਾਮ ਸ੍ਰੀ। ਤੋ ਇਸ ਕਰਕੇ ਕਿਸੇ ਨੇ ਵਿਰਲੇ ਨੇ ਹੀ ਗੁਰੂ ਕੋਲੋਂ ਗੁਰੂ ਨੂੰ ਮੰਗਿਆ, ਨਹੀਂ ਤਾਂ ਸਾਰਿਆਂ ਨੇ ਗੁਰੂ ਕੋਲੋਂ ਚੀਜ਼ਾਂ ਹੀ ਮੰਗੀਆਂ। ਤੇ ਗੁਰੂ ਕਹਿੰਦੇ ਚੰਗਾ ਇਹ ਵੀ ਲੈ ਜਾ, ਇਹ ਵੀ ਲੈ ਜਾ, ਦੇਈ ਜਾਂਦਾ, ਵੰਡੀ ਜਾਂਦਾ ਦਾਤਾ। ਤੇ ਮਨੁੱਖ ਦਾਤਾ ਲੈ ਕੇ ਦਾਤੇ ਨੂੰ ਭੁੱਲ ਜਾਂਦਾ। ਇਸ ਕਰਕੇ ਆਓ ਗੁਰੂ ਕੋਲੋਂ ਗੁਰੂ ਨੂੰ ਮੰਗੀਏ। ਜੋ ਦੀਸੈ ਸੋ ਸਗਲ ਤੂੰ ਹੈ, ਪਸਰਿਆ ਪਸਾਰ, ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਤੇ ਜਦੋਂ ਗੁਰੂ ਮਿਲ ਗਿਆ ਤੇ ਗੁਰੂ ਨੇ ਐਸਾ ਕਿਰਪਾ ਕੀਤੀ, ਸਾਰੇ ਭਰਮਾਂ ਭੁਲੇਖਿਆਂ ਨੂੰ ਦੂਰ ਕਰਕੇ ਇੱਕ ਪਰਮੇਸ਼ਰ ਦੀ ਜਾਣਕਾਰੀ ਦੇ ਦਿੱਤੀ, ਜਿਸ ਦੇ ਸਦਕਾ ਮੇਰੇ ਸਾਰੇ ਭਰਮਾਂ ਦਾ ਖਾਤਮਾ ਹੋ ਗਿਆ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ ਜੀ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।